ਇੱਕ ਜਿਹੜਾ ਮੁਸਾਫਰ ਹੁੰਦਾ ਹੈ ਉਹ ਬੇੜੀ 'ਤੇ ਬਿਠਾ ਕੇ ਕਿੰਨੇ ਮੁਸਾਫਰਾਂ ਨੂੰ ਪਾਰ ਕਰ ਦਿੰਦਾ ਹੈ। ਪਰਲੇ ਪਾਸੇ ਵੀ ਲੈ ਕੇ ਜਾਂਦਾ ਹੈ, ਪਰਲੇ ਪਾਸਿਓਂ ਇੱਧਰ ਵੀ ਲੈ ਕੇ ਆਉਂਦਾ ਹੈ। ਇੱਕ ਮਲਾਹ ਕਿੰਨੇ ਮੁਸਾਫਰਾਂ ਨੂੰ ਪਾਰ ਕਰਦਾ ਹੈ। ਇਸੇ ਤਰ੍ਹਾਂ ਜਿਵੇਂ ਮਲਾਹ ਬੇੜੀ ਨੂੰ ਚੱਪੂ ਮਾਰਦਾ ਹੈ ਤੇ ਅੱਖਾਂ ਨਾਲ ਅਗਲੇ ਕਿਨਾਰੇ ਵੱਲ ਦੇਖਦਾ ਹੈ, ਇਸੇ ਤਰ੍ਹਾਂ ਜਿਹੜੇ ਸਤਿਪੁਰਸ਼ ਹੁੰਦੇ ਨੇ, ਕਾਰਕ ਮਹਾਂਪੁਰਸ਼ ਹੁੰਦੇ ਨੇ, ਬ੍ਰਹਮ ਗਿਆਨੀ, ਉਹਨਾਂ ਦੇ ਗਿਆਨ ਅਕਸ਼ੂ ਆਪਣੇ ਖੁੱਲ੍ਹੇ ਹੁੰਦੇ ਨੇ, ਗਿਆਨ ਨੇਤਰ ਖੁੱਲ੍ਹੇ ਹੁੰਦੇ ਹੈ। ਹੁਣ ਜੇ ਅੰਨਾ ਬੰਦਾ ਬੇੜੀ ਚਲਾਏਗਾ ਉਹ ਤਾਂ ਫਿਰ ਜਾਂ ਤਾਂ ਘੁੰਮਣ ਕੇਰੀ 'ਚ ਲੈ ਵੜੇਗਾ ਜਾਂ ਮੱਝ ਭਾਰ 'ਚ ਲੈ ਜਾਏਗਾ। ਉਹਦੀਆਂ ਅੱਖਾਂ ਵੀ ਸਾਬਤ ਹੋਣੀਆਂ ਚਾਹੀਦੀਆਂ ਅਤੇ ਉਹਦੇ ਹੱਥ ਵੀ ਸਾਬਤ ਹੋਣੇ ਚਾਹੀਦੇ। ਹੱਥਾਂ ਨਾਲ ਚੱਪੂ ਮਾਰ ਸਕਦਾ ਹੈ, ਅੱਖਾਂ ਨਾਲ ਅਗਲਾ ਕਿਨਾਰਾ ਦੇਖ ਸਕਦਾ ਹੈ। ਉਹ ਆਪ ਉਹਨੇ ਸਾਧਨਾ ਕੀਤੀ ਹੋਵੇ, ਸਾਧਨਾ ਰੂਪੀ ਉਹਦੇ ਹੱਥ ਸਲਾਮਤ ਹੋਣ। ਜਿਹੜਾ ਆਪ ਕਿਸੇ ਮਾਸਟਰ ਤੋਂ ਪੜ੍ਹਿਆ ਹੋਇਆ ਉਹ ਕਿਸੇ ਨੂੰ ਪੜ੍ਹਾ ਸਕਦਾ। ਸਾਧ ਸੰਗਤ ਜੀ, ਆਪਣੇ ਆਪ ਉਹ ਜਿੰਨੀਆਂ ਮਰਜ਼ੀ ਕਿਤਾਬਾਂ ਚੱਕੀ ਫਿਰੇ, ਜਿੰਨਾ ਚਿਰ ਉਹ ਕਿਸੇ ਤੋਂ ਪੜ੍ਹਿਆ ਨਹੀਂ ਹੋਇਆ ਉਹ ਕਿਸੇ ਨੂੰ ਪੜ੍ਹਾ ਨਹੀਂ ਸਕਦਾ ਹੈ। ਅਤੇ ਜਿਹੜਾ ਆਪ ਹੀ ਗਿਆਨਵਾਨ ਨਹੀਂ ਹੈ ਦੂਜੇ ਨੂੰ ਗਿਆਨ ਕਿੱਥੋਂ ਦੇ ਦੇਊਗਾ। ਜਿਹਨੇ ਆਪ ਹੀ ਸਾਧਨਾ ਨਹੀਂ ਕੀਤੀ ਹੈ, ਹੱਥ ਸਲਾਮਤ ਨਹੀਂ ਉਹਦੇ, ਅਤੇ ਗਿਆਨ ਰੂਪੀ ਨੇਤਰ ਨਹੀਂ ਖੁੱਲ੍ਹੇ, ਉਹ ਸਾਧ ਸੰਗਤ ਜੀ ਕਿਸੇ ਦੀ ਜੀਵਨ ਦੀ ਬੇੜੀ ਨੂੰ ਭਾਵ ਸਾਗਰ ਤੋਂ ਕੀ ਪਾਰ ਕਰ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਅਯੁੱਧਿਆ ਵਿੱਚ ਗਏ। ਅਯੁੱਧਿਆ ਦੇ ਬਾਹਰਲੇ ਪਾਸੇ ਬੈਠੇ ਨੇ। ਭਾਈ ਮਰਦਾਨੇ ਨੇ ਹੁਕਮ ਕੀਤਾ, ਮਹਾਰਾਜ ਨੇ, ਭਾਈ ਮਰਦਾਨਾ ਜੀ ਰਬਾਬ ਵਜਾਓ, ਰੱਬ ਦੀ ਸਿਫਤ ਸਲਾਹ ਕਰੀਏ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਅਲਾਹੀ ਬਾਣੀ ਦਾ ਸ਼ਬਦ ਲਾਪਦੇ। ਗੁਰਹਿ ਦਿਖਾਇਓ ਲੋਏ ਨਾ, ਈਤਹਿ ਊਤਹਿ ਘਟ 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 ਘਟ, ਤੂੰ ਹੀ ਮੋਹੇ ਨਾ। ਕਾਰਨ ਕਰਨਾ ਧਾਰਨ ਧਰਨਾ, ਏਕੈ ਏਕੈ ਸੋਹੇ ਨਾ। ਸੰਤਨ ਪਰਸਨ ਬਲਿਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਏ ਨਾ। ਇਹ ਸ਼ਬਦ ਮਹਾਰਾਜ ਬਾਰ ਬਾਰ ਲਾਪਦੇ ਨੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ, ਭਾਈ ਬਾਲਾ ਮਹਾਰਾਜ ਨੂੰ ਚੌਰ ਸਾਹਿਬ ਕਰਦਾ ਹੈ। ਬੜੀ ਦੂਰ ਤੱਕ ਆਵਾਜ਼ ਗਈ। ਅਯੁੱਧਿਆ ਨਿਵਾਸੀ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ, ਹਰੀ ਜਸ ਕੀਰਤਨ ਸੁਣਿਆ, ਸਮਾਪਤੀ ਹੋ ਗਈ। ਸੰਗਤ ਉੱਠ ਕੇ ਚਲੀ ਗਈ। ਕੁਛ ਵਿਦਵਾਨ ਪੰਡਤ ਜਾਤੀ ਦਾ ਨਹੀਂ ਹੁੰਦਾ। ਪੰਡਤ ਪੜ੍ਹੇ ਲਿਖੇ ਨੂੰ ਕਹਿੰਦੇ ਨੇ, ਪੰਡਤ ਵਿਦਵਾਨ ਨੂੰ ਕਹਿੰਦੇ ਨੇ। ਪੰਡਤ ਇੱਕ ਡਿਗਰੀ ਹੈ। ਜਿਵੇਂ PhD ਕਰਕੇ ਉਸ ਤੋਂ ਬਾਅਦ ਫਿਰ ਡਾਕਟਰ ਦੀ ਡਿਗਰੀ ਮਿਲਦੀ ਹੈ, ਪੜ੍ਹਿਆ ਹੋਇਆ ਡਾਕਟਰ। ਜਿਵੇਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਸੀ। ਆ ਦਵਾਈਆਂ ਵਾਲੇ ਡਾਕਟਰ ਨਹੀਂ, ਪੜ੍ਹ ਕੇ ਡਾਕਟਰ ਇੱਕ ਡਿਗਰੀ ਬਣ ਜਾਂਦੀ ਹੈ।
ਇਸੇ ਤਰ੍ਹਾਂ ਪੰਡਤ ਇੱਕ ਡਿਗਰੀ ਹੈ। ਜਾਤੀ ਦਾ ਬ੍ਰਾਹਮਣ ਹੁੰਦਾ ਹੈ। ਜਿਵੇਂ ਆਪਣੇ ਨੇੜੇ ਖੋਖ ਨਗਰ ਦੇ ਵਿੱਚ ਨਿਰਮਲ ਕੁਟੀਆ ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਬਰਗਤ, ਇਹਨਾਂ ਦੇ ਨਾਮ ਦੇ ਅੱਗੇ ਪੰਡਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਲੱਗਦਾ ਹੈ। ਇਹਨਾਂ ਦਾ ਜਨਮ ਤਾਂ ਜ਼ਿਮੀਂਦਾਰਾਂ ਦੇ ਘਰ ਦਾ ਹੈ, ਸੀਹਾਂ ਦੌਦ, ਪਰ ਵਿਦਵਾਨ ਹੋਣ ਕਰਕੇ ਉਹਨਾਂ ਦਾ ਇਹ ਤਖੱਲਸ ਹੈ, ਖਿਤਾਬ ਹੈ ਕਿ ਪੰਡਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਬਰਗਤ। ਪੰਡਤ ਪੜ੍ਹੇ ਲਿਖੇ ਨੂੰ ਕਹਿੰਦੇ ਨੇ, ਵਿਦਵਾਨ ਨੂੰ ਕਹਿੰਦੇ ਨੇ। ਪੰਡਤ ਗੁਲਾਬ ਸਿੰਘ ਜੀ ਹੋਏ ਨੇ, ਬੜੇ ਮਾਰਤੰਡ ਵਿਦਵਾਨ ਹੋਏ ਨੇ। ਪੜ੍ਹੇ ਲਿਖੇ ਵਿਦਵਾਨ ਪੰਡਤ ਉਹ ਬੈਠੇ ਨੇ, ਬਾਕੀ ਸੰਗਤ ਚਲੀ ਗਈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਾਈ ਤੁਸੀਂ ਕਿਵੇਂ ਬੈਠੇ ਹੋ? ਜੀ ਮਹਾਰਾਜ ਅਸੀਂ ਤੁਹਾਡੇ ਨਾਲ ਕੋਈ ਸਵਾਲ ਜਵਾਬ ਉੱਤਰ ਪ੍ਰਸ਼ਨ ਗਿਆਨ ਗੋਸ਼ਟ ਚਰਚਾ ਡਿਸਕਸ ਕਰਨੀ ਹੈ। ਮਹਾਰਾਜ ਕਹਿੰਦੇ ਕਰੋ। ਕਹਿੰਦੇ ਮਹਾਰਾਜ ਜੀ ਜਿਹੜੀ ਯੁੱਧਿਆ ਹੈ, ਇੱਕ ਵਾਰੀ ਬੈਕੁੰਠਾਂ ਨੂੰ ਤੇ ਇੱਕ ਵਾਰੀ ਸੁਰਗ ਨੂੰ ਜਾ ਚੁੱਕੀ ਹੈ। ਮਹਾਰਾਜ ਕਹਿੰਦੇ ਜੇ ਬੈਕੁੰਠਾਂ ਨੂੰ ਜਾਂ ਸੁਰਗਾਂ ਨੂੰ ਗਈ ਹੁੰਦੀ, ਇਹ ਤਾਂ ਇੱਥੇ ਹੀ ਵਸ ਰਹੀ ਹੈ। ਉਹ ਕਹਿੰਦੇ ਮਹਾਰਾਜ ਜਦੋਂ ਭਗਵਾਨ ਰਾਮਚੰਦਰ ਜੀ ਯੁੱਧਿਆ ਵਿੱਚ ਹੋਏ ਨੇ, ਸਾਰੇ ਯੁੱਧਿਆ ਨਿਵਾਸੀਆਂ ਨੂੰ ਬੈਕੁੰਠਾਂ ਨੂੰ ਲੈ ਗਏ ਸੀ। ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ। 10ਵੇਂ ਪਾਤਸ਼ਾਹ ਨੇ ਆਪਣੀ ਕਲਮ ਨਾਲ ਲਿਖਿਆ ਬਚਨ ਕਿ ਸਾਰੀ ਯੁੱਧਿਆ ਨਿਵਾਸੀਆਂ ਨੂੰ ਸੱਚਖੰਡ ਲੈ ਗਏ ਸੀ ਉਹ। ਜਦੋਂ ਰਾਜਾ ਹਰੀ ਚੰਦ ਹੋਇਆ, ਇਹ ਵੀ ਯੁੱਧਿਆ ਵਿੱਚ ਹੋਇਆ। ਇਹ ਆਪਣੇ ਦਾਨ ਦੇ ਬਲ ਕਰਕੇ ਸਾਰੀ ਯੁੱਧਿਆ ਨੂੰ ਸੁਰਗਾਂ ਨੂੰ ਲੈ ਗਿਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਦੋਂ ਰਾਮਚੰਦਰ ਜੀ ਬੈਕੁੰਠਾਂ ਨੂੰ ਲੈ ਗਏ, ਹਰੀ ਚੰਦ ਸੁਰਗਾਂ ਨੂੰ ਲੈ ਗਿਆ, ਉਦੋਂ ਤਾਂ ਇਕੱਲੀ ਯੁੱਧਿਆ ਹੀ ਗਈ ਸੀ। ਹੁਣ ਚਾਹੇ ਸਾਰੀ ਦੁਨੀਆ ਬੈਕੁੰਠਾਂ ਨੂੰ ਜਾ ਸਕਦੀ ਹੈ, ਚਾਹੇ ਸੁਰਗਾਂ ਨੂੰ ਜਾ ਸਕਦੀ ਹੈ। ਉਹ ਫਿਰ ਸਵਾਲ ਕਰਦੇ ਨੇ, ਕਿਸੇ ਪੜ੍ਹੇ ਲਿਖੇ ਨੂੰ ਸਮਝਾਉਣਾ ਔਖਾ ਹੁੰਦਾ ਹੈ, ਕਿਉਂਕਿ ਉਹਦੇ ਦਿਮਾਗ 'ਚ 4 ਅੱਖਰ ਬੈਠੇ ਹੁੰਦੇ ਨੇ। ਉਹ ਕਿਉਂ, ਕਿਵੇਂ, ਕੀ, ਕਿਸ ਤਰ੍ਹਾਂ, ਹਰ ਗੱਲ 'ਤੇ ਸਵਾਲ ਕਰਦਾ ਹੈ। ਵੈਸੇ ਪੁੱਛਣ ਵਾਲੀ ਗੱਲ ਤਾਂ ਪੁੱਛਣੀ ਚਾਹੀਦੀ ਹੈ। ਸੰਤ ਮਿਲੇ ਕਿ ਸੁਣੀਏ ਕਹੀਏ, ਕੁਛ ਸੁਣੋ ਵੀ ਕੁਛ ਕਹੋ ਵੀ। ਕੋਈ ਗੁਰਮੁਖ ਮਿਲੇ, ਕੋਈ ਰੱਬ ਦਾ ਪਿਆਰਾ ਮਿਲੇ, ਤਾਂ ਉਹਦੇ ਨਾਲ ਕੋਈ ਗੁਰਮਤਿ ਦੀ ਰੱਬ ਦੀ ਗੱਲ ਸੁਣੋ ਅਤੇ ਕਰੋ। ਮਿਲੇ ਅਸੰਤ ਮਸਟ ਕਰ ਰਹੀ ਹੈ। ਇਹ ਸੰਤ ਦੇ ਅੱਗੇ ਐੜਾ ਲਾਤਾ, ਅਸੰਤ ਬਣ ਗਿਆ। ਜਿਹੜੇ ਸ਼ਬਦ ਦੇ ਅੱਗੇ ਐੜਾ ਲਾ ਦੋਗੇ ਉਹਦਾ ਅਰਥ ਆਪੇ ਉਲਟ ਹੋ ਜਾਂਦਾ ਹੈ। ਜਿਹੜੇ ਅੱਗੇ ਐੜਾ ਲਾ ਦਿੱਤਾ ਉਹਦੇ ਅਰਥ ਉਲਟ ਹੋ ਜਾਣਗੇ। ਜੇ ਮਰ ਦੇ ਅੱਗੇ ਐੜਾ ਪਾਤਾ ਅਮਰ ਬਣ ਜਾਏਗਾ, ਉਹ ਨਹੀਂ ਮਰਦਾ ਉਹ। ਜੇ ਭੁੱਲ ਦੇ ਅੱਗੇ ਭੁੱਲਣ ਵਾਲਾ ਐੜਾ ਲਿਖਤਾ, ਭੁੱਲ ਬਣ ਗਿਆ, ਭੁੱਲਦਾ ਹੀ ਨਹੀਂ ਕਦੇ। ਜੇ ਮ੍ਰਿਤੂ ਦੇ ਅੱਗੇ ਐੜਾ ਪਾ ਦੀ, ਅੰਮ੍ਰਿਤ ਬਣ ਜਾਂਦਾ। ਸਾਧ ਸੰਗਤ ਜੀ, ਜਦੋਂ ਅੰਮ੍ਰਿਤ ਲਿਖਦੇ ਨੇ ਤੱਤੇ ਥੱਲੇ ਔਂਕੜ ਹੁੰਦਾ ਹੈ, ਅਤੇ ਉਹਦੇ ਮੰਮੇ ਦੇ ਪੈਰ ਦੇ ਵਿੱਚ ਰਾਰਾ ਅੰਮ੍ਰਿਤ, ਐੜਾ ਪਰਾਂ ਕਰਦੀ, ਮ੍ਰਿਤੂ ਸ਼ਬਦ ਵੱਜਦਾ ਮਗਰ, ਮੌਤ, ਜਿਹਦੇ ਵਿੱਚ ਮੌਤ ਹੈ। ਪਰ ਜਦੋਂ
ਸਿਮਰਨ ਕਰਨ ਲੱਗ ਗਿਆ ਗੁਰੂ ਵਾਲਾ ਬਣ ਕੇ, ਅੰਮ੍ਰਿਤ ਛਕ ਲਿਆ, ਫਿਰ ਉੱਥੇ ਮੌਤ ਪਿੱਛੇ ਹਟ ਜਾਂਦੀ ਹੈ। ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਗੁਰੂ ਮਹਾਰਾਜ ਕਹਿੰਦੇ ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਕੋਈ ਮਨਮੁਖ ਮਿਲ ਜਾਏ, ਸੰਤਾਂ ਤੋਂ ਉਲਟ ਮਿਲ ਜਾਏ ਤਾਂ ਫਿਰ ਮਸਤਰੋ, ਫਿਰ ਬੋਲੋ ਨਾ। ਮਹਾਰਾਜ ਕਹਿੰਦੇ ਜੇ ਬੋਲਣਾ ਹੋਵੇ ਮਹਾਰਾਜ ਕੀ ਬੋਲੀਏ? ਮਹਾਰਾਜ ਕਹਿੰਦੇ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਚੇਤੇ ਆਵੇ, ਨਾਮ ਨਾਲ ਜੁੜਿਆ ਜਾਏ, ਬਸ ਉਹੀ ਬਚਨ ਬੋਲੋ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ, ਬਸ ਇਹੀ ਬੋਲਣਾ। ਸੰਤਨ ਸਿਉ ਬੋਲੇ ਉਪਕਾਰੀ, ਕਿਸੇ ਗੁਰਮੁਖ ਨਾਲ ਬੋਲੋਗੇ ਉਹ ਭਲੇ ਦੀ ਗੱਲ ਦੱਸੇਗਾ, ਚੰਗੀ ਗੱਲ ਦੱਸੇਗਾ। ਮੂਰਖ ਸਿਉ ਬੋਲੇ ਝੱਖ ਮਾਰੀ। ਮਹਾਰਾਜ ਕਹਿੰਦੇ ਸਾਕਤ ਕਾ ਬਕਣਾ ਐਸੇ ਜਾਨੋ, ਜੈਸੇ ਪਵਨ ਝੁਲਾਈ। ਆ ਜਦੋਂ ਤੇਜ਼ ਹਵਾ ਚੱਲਦੀ ਨਾ, ਦੇਖੋ ਪਿੱਪਲ ਦੇ ਪੱਤੇ ਕਿਵੇਂ ਖੜ 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 ਕਰਦੇ ਆ। ਕਹਿੰਦੇ ਸਾਕਤ ਕਾ ਬਕਣਾ ਬਕਣਾ ਐਸੇ ਜਾਣੋ, ਜੈਸੇ ਪਵਨ ਝੁਲਾਈ। ਕੋਈ ਅਰਥ ਹੀ ਨਹੀਂ ਉਹਦਾ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਉਹ ਝੱਖ ਮਾਰਦੇ ਨੇ, ਐਵੇਂ ਕੋਈ ਰੱਬ ਦੀ ਨਹੀਂ, ਬਾਣੀ ਦੀ ਨਹੀਂ, ਨਾਮ ਦੀ ਨਹੀਂ, ਸੇਵਾ ਸਿਮਰਨ ਦੀ ਨਹੀਂ। ਕੋਈ ਗੁਰਮੁਖ ਮਿਲੇ ਉਹਦੇ ਨਾਲ ਬੈਠ ਕੇ ਵਿਚਾਰ ਕਰੋ, ਦੱਸੋ ਵੀ, ਸੁਣੋ ਵੀ। ਮਹਾਰਾਜ ਕਹਿੰਦੇ ਇਹ ਪੜ੍ਹੇ ਲਿਖੇ ਸੀ, ਵਿਦਵਾਨ ਸੀ। ਫਿਰ ਉਹ ਦੂਜਾ ਸਵਾਲ ਕਰਦੇ ਨੇ ਮਹਾਰਾਜ, ਕਿਵੇਂ ਸਾਰੀ ਦੁਨੀਆ ਬੈਕੁੰਠਾਂ ਨੂੰ ਜਾ ਸਕਦੀ ਹੈ ਅਤੇ ਕਿਵੇਂ ਸੁਰਗਾਂ ਨੂੰ ਜਾ ਸਕਦੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਸਾਰੀ ਦੁਨੀਆ ਬੈਕੁੰਠਾਂ ਨੂੰ ਜਾ ਸਕਦੀ ਹੈ, ਅਤੇ ਦਾਨ ਪੁੰਨ ਕਰਕੇ ਸਾਰੀ ਦੁਨੀਆ ਸੁਰਗਾਂ 'ਚ ਜਾ ਸਕਦੀ ਹੈ। ਉਹ ਫਿਰ ਅੱਗੇ ਸਵਾਲ ਕਰਦੇ ਨੇ, ਕਹਿੰਦੇ ਮਹਾਰਾਜ ਇਹ ਤਾਂ ਠੀਕ ਹੈ ਕਿ ਨਾਮ ਜਪ ਕੇ ਸਾਰੀ ਦੁਨੀਆ ਬੈਕੁੰਠਾਂ ਨੂੰ ਜਾ ਸਕਦੀ ਹੈ, ਨਾਮ ਕਿਹੜਾ ਜਪਣਾ ਚਾਹੀਦਾ ਹੈ? ਹੁਣ ਪਰਮਾਤਮਾ ਦੇ ਤਾਂ ਨਾਮ ਹੀ ਅਨੇਕ ਨੇ, ਪਤਾ ਨਹੀਂ ਕਿੰਨੇ ਕੁ ਨਾਮ ਨੇ। ਕਿਹੜਾ ਨਾਮ ਜਪਣਾ ਚਾਹੀਦਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਕਿਸੇ ਨਾਮ ਨੂੰ ਮਾੜਾ ਨਹੀਂ ਕਹਿੰਦੇ। ਜਿੰਨੇ ਵੀ ਪਰਮਾਤਮਾ ਦੇ ਨਾਮ ਨੇ ਅਸੀਂ ਉਹਨਾਂ ਤੋਂ ਬਲਿਹਾਰੇ ਜਾਂਦੇ ਹਾਂ। ਹਉ ਬਲਿਹਾਰੈ ਜਾਉ ਜੇਤੇ ਤੇਰੇ ਨਾਮ ਹੈ। ਮਹਾਰਾਜ ਕਹਿੰਦੇ ਅਸੀਂ ਕਿਸੇ ਵੀ ਨਾਮ ਦੇ ਵਿਰੁੱਧ ਨਹੀਂ ਹੈ। ਜਿੰਨੇ ਪਰਮਾਤਮਾ ਦੇ ਨਾਮ ਨੇ, ਕੋਈ ਕਿਸੇ ਨਾਮ ਨੂੰ ਜਪਦਾ ਹੈ, ਕੋਈ ਕਿਸੇ ਨਾਮ ਨੂੰ ਜਪਦਾ ਹੈ, ਪਰ ਸਾਧ ਸੰਗਤ ਜੀ ਪਰਮਾਤਮਾ ਦਾ ਕੋਈ ਨਾਮ ਨਹੀਂ ਹੈ। ਨਾਮ ਉਹਦਾ ਹੁੰਦਾ ਹੈ ਜਿਹਦਾ ਰੂਪ ਹੋਵੇ ਤੇ ਆਕਾਰ ਹੋਵੇ। ਰੂਪ ਹੋਵੇ ਤੇ ਆਕਾਰ ਹੋਵੇ। ਇਹ ਹੁਣ ਤਿਆਰੀ ਕੀਤੀ ਗਈ ਹੈ, ਤਾਂ ਇਹਨੂੰ ਆਪਾਂ ਪੰਡਾਲ ਕਹਿ ਰਹੇ ਹਾਂ। ਵੀ ਹਾਲ ਦੇ ਵਿੱਚ ਮਹਾਰਾਜ ਦੀ ਤਿਆਰੀ ਹੋਈ ਹੈ, ਮਹਾਰਾਜ ਦਾ ਪ੍ਰਕਾਸ਼ ਹੋਇਆ। ਇਹ ਤਾਂ ਨਾਮ ਰੱਖਿਆ, ਪਹਿਲਾਂ ਆਕਾਰ ਬਣਿਆ ਫਿਰ ਰੂਪ ਬਣਿਆ। ਜਿਹਦਾ ਆਕਾਰ ਹੀ ਕੋਈ ਨਹੀਂ ਹੈ ਤੇ ਰੂਪ ਹੀ ਕੋਈ ਨਹੀਂ ਹੈ ਤੇ ਉਹਦਾ ਨਾਮ ਕਿਵੇਂ ਹੋਇਆ? ਪਰਮਾਤਮਾ ਦਾ ਆਕਾਰ ਦਾ ਪਤਾ ਕਿੱਡਾ ਕੁ ਹੈ? ਕਿੰਨੇ ਫੁੱਟ ਹੈ, ਕਿੰਨਾ ਉੱਚਾ ਹੈ, ਕਿੰਨਾ ਲਿਖਿਆ ਕਿਤੇ?
ਉਹ ਤਾਂ ਨਿਰਾਕਾਰ ਹੈ, ਆਕਾਰ ਨਹੀਂ ਉਹਦਾ ਹੈ। ਫਿਰ ਉਹਦਾ ਰੂਪ ਕਿਹੋ ਜਿਹਾ? ਉਹਦਾ ਰੰਗ ਸਾਫ਼ ਹੈ, ਗੋਰਾ ਹੈ, ਕਣਕ ਭਿੰਨਾ ਹੈ, ਪੱਕਾ ਰੰਗ ਹੈ। ਕਿਹੜਾ ਰੰਗ ਹੈ? ਜਦੋਂ ਆਕਾਰ ਹੀ ਨਹੀਂ ਤਾਂ ਰੂਪ ਕਿਵੇਂ ਬਣ ਗਿਆ? ਜੇ ਰੂਪ ਵੀ ਨਹੀਂ, ਨਾਮ ਵੀ, ਆਕਾਰ ਵੀ ਨਹੀਂ, ਤਾਂ ਨਾਮ ਕਿਵੇਂ ਬਣਿਆ ਉਹਦਾ? ਫਿਰ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਨਾਮ ਠਾਮ ਨਾ ਜਾਤ, ਜਾਕਰ ਰੂਪ ਰੰਗ ਨਾ ਰੇਖ। ਹੈ ਹੀ ਨਹੀਂ ਕੋਈ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜੇ। रूप रंग रेख पेख को कह ना सकत कह, चल मूर तन पौ प्रकाश अमितोज कहीजै। कोट इंद्र इंद्रान साहे साहान गणिजै, तिर भवन महीप सुर नर सुर, नेत नेत बन तिरण कहत, तव सर्वनाम कथय कवन, कर्म नाम वर्णत समत। ਉਹਦਾ ਕੋਈ ਚੇਨ ਚੱਕਰ ਹੀ ਨਹੀਂ ਹੈ, ਰੂਪ ਰੰਗ ਹੀ ਨਹੀਂ ਹੈ, ਫਿਰ ਉਹਦਾ ਨਾਮ ਕਿਵੇਂ ਰੱਖਿਆ ਗਿਆ? ਇਹ ਕਿਰਤਮ ਨਾਮ ਨੇ। ਕਿਰਤਮ, ਕਿਰਤਮ ਨਾਮ ਜਪੇ ਤੇਰੀ ਜੀਭਾ, ਸਤਨਾਮ ਤੇਰਾ ਪਰਾ ਪੂਰਬਲਾ। ਕਿਰਤਮ ਨਾਮ ਕਹਿੰਦੇ ਨੇ ਰੱਖਿਆ ਗਿਆ। ਜਿਵੇਂ ਕਿਸੇ ਨੂੰ ਸਮਝ ਆ ਗਈ, ਉਹਨੇ ਉਸ ਤਰ੍ਹਾਂ ਹੀ ਪਰਮਾਤਮਾ ਦਾ ਨਾਮ ਰੱਖ ਲਿਆ। ਜਿਹਨੂੰ ਸਮਝ ਆ ਗਈ ਕਿ ਉਹ ਰਮਿਆ ਹੋਇਆ ਸਭ ਥਾਂ 'ਤੇ, ਉਹਨੇ ਉਹਨੂੰ ਰਾਮ ਕਹਿ ਦਿੱਤਾ। ਰਾਮ ਰਮੇ ਹੋਏ ਦਾ ਨਾਮ ਹੈ, ਰਮਿਆ ਹੋਇਆ ਉਹਨੂੰ ਰਾਮ ਕਹਿੰਦੇ ਨੇ। ਜਿਹਨੂੰ ਸਮਝ ਆ ਗਈ ਕਿ ਉਹਦਾ ਮਾਂ ਪਿਓ ਕੋਈ ਨਹੀਂ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ ਹੈ, ਉਹਨਾਂ ਨੇ ਉਹਨੂੰ ਖੁਦਾ ਕਹਿ ਦਿੱਤਾ। ਖੁਦ ਆਪਣੇ ਆਪ ਤੋਂ ਹੀ ਹੈ, ਨਾ ਉਹਦੀ ਮਾਂ ਹੈ ਕੋਈ, ਨਾ ਉਹਦਾ ਪਿਓ ਹੈ। ਜਿਹਨੂੰ ਇਹ ਸਮਝ ਆ ਗਈ ਕਿ ਉਹ ਸੜਦੇ ਬਲਦੇ ਮਨਾਂ ਨੂੰ ਹਰੇ ਭਰੇ ਕਰ ਦਿੰਦਾ ਹੈ, ਉਹਨਾਂ ਨੇ ਪਰਮਾਤਮਾ ਨੂੰ ਹਰੀ ਕਹਿ ਦਿੱਤਾ। ਕਿਸੇ ਨੇ ਠਾਕੁਰ ਆਖਿਆ, ਕਿਸੇ ਨੇ ਬੀਠਲ ਆਖਿਆ, ਕਿਸੇ ਨੇ ਪਤਾ ਨਹੀਂ ਕਿੰਨੇ ਕੁ ਨਾਮ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ। ਕਿੰਨੇ ਕੁ ਦੁਨੀਆ ਪਰਮਾਤਮਾ ਦੇ ਨਾਮ ਰੱਖੇ ਹੋਏ ਨੇ, ਅਤੇ ਸਾਰਿਆਂ 'ਤੇ ਖੁਸ਼ ਹੈ ਉਹ ਤਾਂ। ਅਤੇ ਪਰਮਾਤਮਾ ਇੱਕ ਹੈ ਅਤੇ ਨਾਮ ਕਿੰਨੇ ਨੇ। ਆਪਣੇ ਦੋ ਕੁ ਹੁੰਦੇ, ਇੱਕ ਪਿੰਡ 'ਚ ਰੱਖਿਆ ਹੁੰਦਾ ਅੱਧਾ ਕੁ ਨਾਮ, ਸਾਰਿਆਂ ਦੀ ਰੱਖਿਆ ਹੁੰਦਾ ਹੈ। ਇੱਕ ਪੂਰਾ ਨਾਮ ਹੁੰਦਾ ਹੈ। ਅਤੇ ਜੇ ਕੋਈ ਤੀਜਾ ਨਾਮ ਆਪਣੇ ਕੋਲੋਂ ਲਵੇ, ਆਪਾਂ ਕਹਿੰਦੇ ਮੇਰਾ ਨਾਮ ਨਹੀਂ ਹੈ ਜਿਹੜਾ ਤੂੰ ਲੈ ਰਿਹਾ, ਅਸਲੀ ਨਾਮ ਮੇਰਾ ਤਾਂ ਇਹ ਹੈ। ਅਤੇ ਪਰਮਾਤਮਾ ਕਿਸੇ ਨੂੰ ਵੀ ਨਹੀਂ ਕਹਿੰਦਾ ਮੇਰਾ ਅਸਲੀ ਨਾਮ ਤਾਂ ਹੈ ਨਹੀਂ ਜਿਹੜਾ ਤੂੰ ਜਪ ਰਿਹਾ। ਜਿਹੜਾ ਵੀ ਕੋਈ ਜਪਦਾ ਹੈ ਉਹਦੇ 'ਤੇ ਖੁਸ਼ ਹੋ ਜਾਂਦਾ, ਕਿਉਂਕਿ ਉਹ ਸਾਰੇ ਨਾਮਾਂ ਤੋਂ ਪਰੇ ਹੈ। ਅਤੇ ਜਿਹੜਾ ਵੀ ਉਹਦਾ ਨਾਮ ਜਪਦਾ ਹੈ, ਜਿਹੜਾ ਵੀ ਉਹਦਾ ਕੋਈ ਨਾਂ ਰੱਖ ਲੈਂਦਾ ਹੈ, ਉਹ 'ਤੇ ਹੀ ਖੁਸ਼ ਹੋ ਜਾਂਦਾ। ਇੱਕ ਜ਼ਿਮੀਂਦਾਰ ਹਲ ਵਾਹ ਰਿਹਾ ਸੀ, ਪ੍ਰਸ਼ਾਦਾ ਆ ਗਿਆ ਉਹਦਾ। ਰਸਤੇ ਰਸਤੇ ਮਹਾਤਮਾ ਲੰਘੇ ਜਾਂਦੇ ਸੀ। ਉਹ ਜ਼ਿਮੀਂਦਾਰ ਨੇ ਹੱਥ ਖੜਾ ਕਰਕੇ ਆਖਿਆ, ਮਹਾਤਮਾ ਜੀ ਲੰਗਰ ਛਕ ਕੇ ਜਾਓ। ਪ੍ਰਸ਼ਾਦਾ ਨਹੀਂ, ਲੰਗਰ। ਵੱਡੀ ਗੱਲ, ਖਿਆਲ ਵੱਡੇ ਹੋਣੇ ਚਾਹੀਦੇ ਨੇ, ਫਿਰ ਤਾਂ ਛਪਰੀ ਵੀ ਮਹਿਲਾਂ ਤੋਂ ਚੰਗੀ ਹੁੰਦੀ ਹੈ। ਅਤੇ ਜੇ ਖਿਆਲ ਹੀ ਸੌੜੇ ਨੇ, ਫਿਰ ਮਹਿਲ ਵੀ ਛਪਰੀ ਤੋਂ ਭੈੜੇ। ਸਾਡੀ ਹਰ ਗੱਲ ਹੀ ਵੱਡੀ ਹੈ। ਇੱਕ ਸਿੰਘ ਵੀ 1.25 ਲੱਖ ਹੈ ਸਾਡੇ ਵਾਲਾ ਦਾ। ਇਹ ਕਹਿੰਦੇ ਨੇ ਆਟੇ 'ਚ ਨੂਣ ਹੈ,
ये 2% ने। साढ़े परसेंटेज का तुहानूं पता ही नहीं है। तुसीं अपने कोलों 2% बनाए फिरदे हो। 2 नूं 1.25 लाख ते गुणा करो, किन्ने परसेंट बन गए? 1 1.25 लाख है तो 2% तो फिर ताही 176 देशों च निशान साहिब झूलदा है। तुसीं 2% कही जाने हो। असल तुहानूं पता ही नहीं है। इनू एक नूं 1.25 लाख का खिताब है। पर ये देख लियो किते परसेंटेज कढ़दे कढ़दे जे आटा 4-5 किलो होवे, 4-5 किलो आटा, नून की एक कड़छी पा दी भर के ना उहदे च, तो उहदी परसेंटेज अद्धा पॉइंट भी नहीं बनती नून की। कन्नां नूं हत्थ लवांदा वो भी आ किने पाया बई, एक कड़छी। परसेंटेज वाल ना देखियो। 2% वालियां दियां इस देश विच 80% शहीदियां ने। इस देश वास्ते 80% कुर्बानियां 2% ने दित्तियां होईयां ने। अब बाकी कादे वास्ते ने? परसेंटेज का की करोगे? सो साध संगत जी, साडी हर गल ही गुरु महाराज ने चढ़दी कला लई रखी है। वो जिमीदार कहंदा महात्मा जी लंगर छक के जाओ, लंगर, रोटी नहीं। प्रशादा तो वरताउण वेले कहने, वैसे तो लंगर छक के जाओ जी, लंगर। महात्मा आ गए, जिमीदार ने प्रशादा छकाता, उन्होंने लंगर छका दिता। हथ धो के रब दे प्यारे जी का पानी भी पी लैण, उहदे भले की अरदास कर देंदे आ। महाराज का परिवार सुखी रहे, चढ़दी कला रहे। पर दुनिया का सबाय जिहदा खा लैण, फिर उहदियां बेड़ी च वट्टे जरूर रखदे आ। रब का प्यारा कोई पानी भी पी लवे किसी दे घर, उहदी अरदास कर दिंदा है, महाराज सुखी वसे। महात्मा प्रसादा छक के कहते, जिमीदारा हल तो वाहुना ही है, रब का नाम भी जपी जाए कर नाल। सीधे साधे भोले भाले लोग हुंदे, क्यों जपना है जी, किन्ना जपना है जी, किवें जपना है जी, ये तो जिन्हां नहीं जपना उन्हां दीयां गल्लां ने। जिन्हां ने जपना है, तुसी बच्चे नूं मिश्री फड़ा दिओ, अपनी माँ नूं पुछदा माँ किवें खाई दी हुंदी है, माँ खानी किवें है, टॉफी फड़ा दो, कदी नहीं पुछदा खाण का तरीका की है जी। उन्होंने पता जिमें खाऊँगा उवें ही मिठी लगेगी है। जपो जिमें जपोगे उवें ही भला है, जप तो लो। ये पुछदे फिरदे ने की पता भी पखे वाला बटन है, बटन दबणगे चल पेगा। वो तो किते किते हुंदा है। जे ऐं सारा काम हो गया फिर तो किसी ने जपना ही नहीं है। ये हिल गया ना, बनी बनाई मिठाई मिल जाती है, बने बनाए कपड़े मिल जाते हैं, जुत्तियां बनिया बनाई अजकल मिल जांदियां। ये ऐं मंगते फिरदे है भी जांदे जांदे चलो ये नहीं बनना, जपना पएगा। वो जिमीदारा तू नाम जप लिया कर, हालत वाहुना ही है। कहंदा महाराज जे भले की गल है फिर जप लिया करांगे। उन्हां ते किरपा हुंदी है जिहड़े किंतु परंतु नहीं ना करते। अगों 7 बचन जी, बस इक्को ही, होर कोई बचन ही नहीं है कि 7 बचन महाराज। महाराज जप लिया करांगे। उन्होंने नाम दसता, कोई ऐसे मत दे साधु होणगे, अगड़ बम जपया कर। वो महात्मा किसान अगड़ बम जपी गया। किते बलदां नूं हेठां उतां कहन लग्या, ना भुल गया, अनपढ़ सी। सोचदा भी महात्मा नाम दस के गए सी, हुण पता नहीं
ਕਿਹੜਾ ਨਾਮ ਸੀ, ਕੀ ਸੀ ਸ਼ਬਦ ਅੱਖਰ, ਕੀ ਸੀ। ਉਹ ਕਹਿੰਦੇ ਇਸ ਤਰ੍ਹਾਂ ਹੀ ਲੱਗਦਾ ਸੀ ਜਿਵੇਂ ਬਲਦਾ ਸਿੰਘ ਬਲਦਾ ਸਿੰਘ। ਇਹਨੂੰ ਜਪਣ ਲੱਗ ਗਿਆ। ਸਰਲ ਸੁਭਾਅ ਸੀ, ਸਿੱਧਾ ਸਾਦਾ ਸੀ, ਭੋਲਾ ਭਾਲਾ। ਸਾਧ ਸੰਗਤ ਜੀ ਜਪਦਿਆਂ ਮਨ ਕਾਗਰ ਹੋ ਗਿਆ, ਉਹ 'ਚ ਸ਼ਕਤੀ ਪੈਦਾ ਹੋ ਗਈ, ਤਾਕਤ ਪੈਦਾ ਹੋ ਗਈ। ਹੁਣ ਹਲ ਤੋਰੀ ਜਾਂਦਾ, ਨਾਲੇ ਬਲਦਾ ਸਿੰਘ ਜਪੀ ਜਾਂਦਾ। ਭਗਵਾਨ ਤੇ ਲక్ష్ਮੀ ਤੁਰੇ ਜਾਂਦੇ ਨੇ। ਭਗਵਾਨ ਕਹਿੰਦਾ ਲక్ష్ਮੀ ਇੱਕ ਮੇਰਾ ਨਵਾਂ ਭਗਤ ਪੈਦਾ ਹੋਇਆ, ਉਹਨੇ ਮੇਰਾ ਨਵਾਂ ਨਾਂ ਇੱਕ ਹੋਰ ਰੱਖਿਆ। ਹੁਣ ਕਹਿੰਦੇ ਮਹਾਰਾਜ ਕਿਹੜਾ? ਕਹਿੰਦੇ ਤੂੰ ਆਪ ਹੀ ਪੁੱਛਿਆ, ਉਹ ਹਲ ਵਾਹ ਰਿਹਾ ਜਿਹੜਾ। ਲక్ష్ਮੀ ਉਹ ਜ਼ਿਮੀਂਦਾਰ ਦੇ ਮਗਰ ਮਗਰ ਉਹ ਬਲਦਾ ਸਿੰਘ ਜਪੀ। ਲక్ష్ਮੀ ਪੁੱਛਦੀ ਹੈ ਜ਼ਿਮੀਂਦਾਰਾ ਕਿਹਦਾ ਨਾਮ ਜਪਦਾ ਹੈ? ਉਹ ਸਵੇਰ ਦਾ ਕਿਤੇ ਅੰਮ੍ਰਿਤ ਵੇਲੇ ਦਾ ਹਲ ਜੋੜਿਆ ਸੀ, ਦੁਪਹਿਰ ਹੋਣ ਵਾਲੀ ਸੀ, ਥੱਕਿਆ ਸੀ, ਅੱਕਿਆ ਵੀ ਸੀ। ਉਦੋਂ ਤਾਂ ਬੋਲਿਆ ਨਾ, ਜਪੀ ਗਿਆ। ਫਿਰ ਉਹਨੇ ਪੁੱਛਿਆ ਜ਼ਿਮੀਂਦਾਰਾ ਕਿਹਦਾ ਨਾਮ ਜਪਦਾ ਹੈ? ਉਹ ਪਿਛਾਂ ਨੂੰ ਦੇਖ ਕੇ ਕਹਿੰਦਾ ਤੇਰੇ ਖਸਮ ਦਾ ਜਪਦਾ। ਉਹ ਲక్ష్ਮੀ ਕਹਿੰਦੀ ਹੈ ਤਾਂ ਮੇਰੇ ਖਸਮ ਦਾ ਹੀ ਹੈ। ਕਿੱਥੇ ਆ ਉਹ ਮੇਰਾ ਖਸਮ, ਕਿੱਥੇ ਹੈ? ਉਹ ਕਹਿੰਦਾ ਇੱਥੇ ਕਿਤੇ ਖੱਡੇ ਟੋਏ 'ਚ ਹੋਣਾ, ਹੋਰ ਕਿੱਥੇ ਹੋਣਾ। ਉਹ ਪਰਾਂ ਬੈਠੇ ਸੀ ਭਗਵਾਨ ਨੀਵੇਂ ਥਾਂ 'ਤੇ। ਲక్ష్ਮੀ ਕਹਿੰਦੀ ਮਹਾਰਾਜ ਅੰਤਰਜਾਮੀ ਹੋ ਗਿਆ ਤੁਹਾਡਾ ਭਗਤ, ਜਾ ਹੁਣ ਗਿਆਨ ਕਰਾ ਦਿਓ ਉਹਨੂੰ। ਸੋ ਸਾਧ ਸੰਗਤ ਜੀ, ਪਰਮਾਤਮਾ ਪਤਾ ਨਹੀਂ ਕਿੰਨੇ ਕੁ ਨਾਮ ਨੇ ਦੁਨੀਆ ਵਿੱਚ। ਗੁਰੂ ਮਹਾਰਾਜ ਕਹਿੰਦੇ ਕੋਈ ਵੀ ਨਾਮ ਜਪਦਾ ਹੈ, ਪਰ ਸਾਧ ਸੰਗਤ ਜੀ ਬੇਨਤੀ ਹੈ ਨਾਮ ਉਹ ਜਪਣਾ ਜਿਹੜਾ ਤੁਹਾਨੂੰ ਗੁਰੂ ਤੋਂ ਮਿਲਿਆ। ਆਪਣੀ ਮਰਜ਼ੀ ਨਾਲ ਨਹੀਂ ਜਪਣਾ ਹੈ। ਆਪਾਂ ਨੂੰ ਜਿਹੜਾ ਪੰਜ ਪਿਆਰਿਆਂ ਨੇ ਦਿੱਤਾ ਮਹਾਰਾਜ ਦੀ ਹਜ਼ੂਰੀ 'ਚ, ਜਾਂ ਜਿਹਨੂੰ ਜਿੱਥੋਂ ਜਿਹੜਾ ਗੁਰੂ ਤੋਂ ਨਾਮ ਮਿਲਿਆ, ਮਰਜ਼ੀ ਸੇ ਨਹੀਂ ਜਪਣਾ ਹੈ। ਫੇਰ ਨਹੀਂ ਪਹੁੰਚਾਂਗੇ ਕਿਸੇ ਮੰਜ਼ਿਲ 'ਤੇ। ਕਈ ਜਿਹੜਾ ਆਪਾਂ ਨੂੰ ਪੰਜ ਪਿਆਰਿਆਂ ਤੋਂ ਨਾਮ ਮਿਲਿਆ ਛੱਡ ਕੇ ਅਸੀਂ ਆਹ ਜਪੀਏ ਕਰੀ, ਜਪ ਲਓ ਸਾਨੂੰ ਕੀ ਹੈ। ਉਹ ਜਪਣਾ ਜੋ ਪੰਜ ਪਿਆਰਿਆਂ ਨੇ ਆਪਾਂ ਨੂੰ, ਮੂਲ ਮੰਤਰ ਗੁਰਮੰਤਰ ਬਾਣੀ ਦਾ ਨਿਤਨੇ, ਬਾਣੀ ਦਾ ਜਾਪ ਜਿੰਨਾ ਵੱਧ ਤੋਂ ਵੱਧ ਕਰਨਾ। ਮਹਾਰਾਜ ਕਹਿੰਦੇ ਨਾਮ ਸਾਰੇ ਚੰਗੇ ਨੇ, ਪਰ ਇੱਕ ਨਾਮ ਨੂੰ ਅਖਤਿਆਰ ਕਰਨਾ ਪੈਂਦਾ, ਇੱਕ 'ਤੇ ਭਰੋਸਾ ਕਰਨਾ ਪੈਂਦਾ। ਫਿਰ ਕਹਿੰਦੇ ਜਿਵੇਂ ਦਰਿਆ ਦੇ ਕੰਢੇ ਕਿੰਨੀਆਂ ਬੇੜੀਆਂ ਖੜੀਆਂ ਹੁੰਦੀਆਂ, ਉਹ ਸਾਰੀਆਂ ਬੇੜੀਆਂ 'ਤੇ ਥੋੜ੍ਹਾ ਸਵਾਰ ਹੋਣਾ, ਇੱਕ ਬੇੜੀ 'ਤੇ ਸਵਾਰ ਹੋਣਾ ਪੈਂਦਾ। ਇਹ ਨਾਮ ਰੂਪੀ ਬੇੜੀ 'ਤੇ ਸਵਾਰ ਹੋ ਕੇ ਸੰਸਾਰ ਤੋਂ ਪਾਰ ਹੋਣਾ। ਬਾਣੀ 'ਚ ਨਾਮ ਨੂੰ ਬੇੜੀ ਲਿਖਿਆ ਹੋਇਆ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ ਤੌਸੈ ਚਰਨੀ ਮੈਂਡਾ, ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਨਾਮ ਨੂੰ ਬੇੜੀ ਆਖਿਆ ਮਹਾਰਾਜ। ਜਿਹੜਾ ਨਾਮ ਰੂਪੀ ਬੇੜੀ 'ਤੇ ਸਵਾਰ ਹੋ ਜਾਏਗਾ ਭਵਜਲ ਤੋਂ ਪਾਰ ਹੋ ਜਾਏਗਾ। ਪਰ ਕਈ ਵਾਰੀ ਬੇੜੀਆਂ ਜਿਹੜੀਆਂ ਤੂਫਾਨ ਆ ਜਾਵੇ, ਭੁਚਾਲ ਆ ਜਾਵੇ, ਘੁੰਮਣ ਘੇਰੀ 'ਚ ਫਸ ਜਾਂਦੀਆਂ। ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਫਿਰ ਜਹਾਜ਼ ਬਣਾਤਾ ਮਹਾਰਾਜ ਨੇ, ਜਹਾਜ਼। ਤੂਫਾਨ ਆਉਣ ਚਾਹੇ ਝੱਖੜ ਆਉਣ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਚਾਰੇ ਯੁੱਗਾਂ ਦਾ ਮੰਤਰ ਇਕੱਠਾ ਕਰਕੇ ਵਾਹਿਗੁਰੂ ਸ਼ਬਦ ਬਣਿਆ। ਵਾਸ ਦੇ ਵਿੱਚ, ਸਤਿਯੁਗ ਦੇ ਵਿੱਚ ਵਾਸਦੇਵ ਵਾਸਦੇਵ ਜਪਦੇ ਸੀ, ਤ੍ਰੇਤੇ ਵਿੱਚ ਹਰੇ ਹਰੇ ਜਪਦੇ ਸੀ, ਦੁਆਪਰ ਵਿੱਚ ਗੋਬਿੰਦ ਗੋਬਿੰਦ ਜਪਦੇ ਸੀ, ਕਲਯੁਗ ਦੇ ਵਿੱਚ ਰਾਮ ਰਾਮ ਜਪਦੇ ਸੀ। ਚਾਰੇ ਅੱਖਰ ਇਕੱਠੇ ਕਰਕੇ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ।
ਜਿਹੜਾ ਚੜ੍ਹ ਗਿਆ ਨਾਮ ਦੇ ਜਹਾਜ਼ 'ਤੇ ਫਿਰ ਉਹਨੂੰ ਕੋਈ ਇਹ ਨਹੀਂ ਹੈ ਕੋਈ ਤੂਫਾਨ ਕੋਈ ਝੱਖੜ ਜਾਂ ਡੋਲੇਗਾ। ਫਿਰ ਉਹ ਫਿਰ ਸਵਾਲ ਕਰਦੇ ਨੇ ਮਹਾਰਾਜ ਤੇ, ਮਹਾਰਾਜ ਠੀਕ ਹੈ ਬਈ ਇੱਕ ਨਾਮ ਨੂੰ ਅਖਤਿਆਰ ਕਰਨਾ ਪੈਂਦਾ, ਇੱਕ 'ਤੇ ਭਰੋਸਾ ਕਰਨਾ ਪੈਂਦਾ, ਇੱਕੋ ਹੀ ਜਪਣਾ ਪੈਂਦਾ। ਅਤੇ ਆਪ ਜੀ ਨੇ ਬੇੜੀ ਦੱਸਿਆ ਹੈ, ਬੇੜੀ ਤਾਂ ਫਿਰ ਆਪ ਨਹੀਂ ਚੱਲਦੀ ਹੈ, ਕਿਉਂਕਿ ਸਮਾਪਤੀ ਦਾ ਟਾਈਮ ਹੋ ਗਿਆ ਨਾ, ਅਸੀਂ ਉੱਥੇ ਵਿਚਾਰ ਲਿਆਈਏ। ਬੇੜੀ ਨੂੰ ਫਿਰ ਚਲਾਉਣ ਵਾਲਾ ਮਲਾਹ ਕਿਵੇਂ ਦਾ ਚਾਹੀਦਾ ਹੈ? ਮਹਾਰਾਜ ਕਹਿੰਦੇ ਹਾਂ, ਮਲਾਹ ਦੇ ਹੱਥ ਸਾਬਤ ਹੋਣ ਅਤੇ ਅੱਖਾਂ ਸਲਾਮਤ ਹੋਣ, ਅਗਲਾ ਕਿਨਾਰਾ ਦੇਖ ਸਕੇ ਅਤੇ ਚੱਪੂ ਮਾਰ ਸਕੇ, ਸਾਧਨਾ ਸੰਪੰਨ ਹੋਵੇ, ਉਹਨੇ ਆਪ ਜਪਿਆ ਹੋਵੇ, ਸਾਧਨਾ ਕੀਤੀ ਹੋਵੇ ਅਤੇ ਗਿਆਨ ਅਵਸਥਾ ਵਿੱਚ ਹੋਵੇ, ਉਹ ਫਿਰ ਗਿਆਨ ਕਰਾ ਸਕਦਾ ਹੈ। ਸੋ ਸੱਚੇ ਪਾਤਸ਼ਾਹ ਨੇ ਅਯੁੱਧਿਆ ਨਿਵਾਸੀਆਂ ਨੂੰ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਆਪਾਂ ਨੂੰ ਸੰਗਤ ਮਿਲੀ ਸੰਤ ਮਹਾਰਾਜ ਦੀ, ਜਾਂ ਫਿਰ ਜਿਨ੍ਹਾਂ ਦੀ ਆਪਾਂ ਸੰਗਤ ਕੀਤੀ ਆ ਉਹਨਾਂ ਨੂੰ ਸੰਗਤ ਮਿਲੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ, ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੂੰ। ਸੋ ਗਿਆਨਵਾਨ ਦੀ ਸੰਗਤ ਤੋਂ ਗਿਆਨ ਬੜੇ ਗਿਆਨੀ ਕੀ ਸੰਗਤ, ਕ੍ਰੋਧ ਬੜੇ ਮੂਰਖ ਸੰਗ ਕੀਨੇ। ਜੇ ਗੁੱਸਾ ਵਧਾਉਣਾ ਫਿਰ ਮੂਰਖ ਦੇ ਕੋਲ ਬੈਠੋ, ਉਹ ਗਲਤ ਬੋਲੇਗਾ, ਤੁਹਾਡੀ ਚੰਗੀ ਗੱਲ ਨਹੀਂ ਮੰਨੇਗਾ ਅਤੇ ਕ੍ਰੋਧ ਤਾਂ ਆਏਗਾ ਹੀ। ਫਿਰ ਗਿਆਨ ਕਿਸੇ ਗਿਆਨਵਾਨ ਦੀ ਸੰਗਤ ਤੋਂ ਵੱਧ ਹੈ। ਪਰ ਸਾਧ ਸੰਗਤ ਜੀ ਜਪਣਾ ਤੁਹਾਨੂੰ ਪਏਗਾ। ਗਿਆਨ ਦਿੱਤਾ ਜਾਂਦਾ ਹੈ, ਗਿਆਨ ਲਿਆ ਜਾਂਦਾ ਹੈ, ਪਰ ਬਿਨਾਂ ਪ੍ਰੇਮ ਨਾਲ ਜਪਣ ਤੋਂ ਪਹੁੰਚਿਆ ਨਹੀਂ ਜਾਂਦਾ। ਗਿਆਨ ਨੇ ਅੱਖਾਂ ਅਤੇ ਸਾਧਨਾ ਪੈਰ। ਹੁਣ ਆਪਾਂ ਇੱਥੋਂ ਦੇਖ ਲਿਆ ਵੀ ਦਰਬਾਰ ਸਾਹਿਬ ਇੰਨੀ ਦੂਰ ਹੈ, ਅੱਖਾਂ ਨੇ ਦੇਖ ਤਾਂ ਲਿਆ, ਗਿਆਨ ਤਾਂ ਕਰਾਤਾ, ਪਰ ਜਾਓਗੇ ਕਿਵੇਂ? ਤੁਰ ਕੇ ਜਾਣਾ ਪਏਗਾ, ਜਪਣਾ ਆਪਾਂ ਨੂੰ ਪਏਗਾ। ਉਹਦੇ ਵਿੱਚ ਭਾਵਨਾ ਅਤੇ ਸ਼ਰਧਾ ਨਾਲ ਜੋ ਗੁਰੂ ਨੇ ਉਪਦੇਸ਼ 100%। ਵਾਲਮੀਕੀ ਜੀ ਨੂੰ ਉਪਦੇਸ਼ ਮਿਲਿਆ ਮਰਾਂ ਮਰਾਂ, ਉਹਨਾਂ ਨੇ ਪੁੱਛੇ ਨਹੀਂ ਮਹਾਰਾਜ ਜੀ ਮਰਾਂ ਤਾਂ ਨਾਮ ਹੀ ਨਹੀਂ ਹੈਗਾ, ਉੱਥੇ ਹੀ ਜਪਣਾ ਸ਼ੁਰੂ ਕਰਤਾ, ਮਰਾਂ 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 ਮਰਾਂ, ਮਰਾਂ ਤੋਂ ਉਲਟ ਕੇ ਰਾਮ ਰਾਮ ਆਪੇ ਹੋਣ ਲੱਗ ਗਏ। ਬਸ ਜਪਣਾ ਸ਼ੁਰੂ ਕਰ ਦੇਵੇ, ਪੁੱਛਦਾ ਨਾ ਫਿਰੀ ਜਾਏ। ਕਈਆਂ ਦੀ ਆਦਤ ਹੁੰਦੀ ਹੈ ਲੈਣਾ ਬਾਜ਼ਾਰ 'ਚ ਕੱਖ ਨਹੀਂ ਹੁੰਦਾ, ਰੇਟ ਪੁੱਛਦੇ ਫਿਰੀ ਜਾਣਗੇ। ਜਿਨ੍ਹਾਂ ਨੇ ਜਪਣਾ ਭਾਈ ਉਹ ਤਾਂ ਤੇਲ ਦੀ ਧਾਰਾ ਵੱਤ ਜਪੋ, ਕੀ ਪਤਾ ਕਦੋਂ। ਕਈ ਪਿਛਲੀ ਬਰਸੀ ਨੂੰ ਹੈਗੇ ਸੀ ਆਪਣੇ 'ਚ, ਐਤਕੀ ਹੈ ਹੀ ਨਹੀਂ, ਅਗਲੀ ਬਰਸੀ ਨੂੰ ਕੀ ਪਤਾ ਆਪਣੇ 'ਚੋਂ ਕੌਣ ਨਹੀਂ ਹੋਏਗਾ। ਚਲੋ ਚਲੀ ਦਾ ਮੇਲਾ ਲੱਗਾ, ਸਭ ਦੀ ਕੂਚ ਤਿਆਰੀ ਏ, ਇਸ ਗੱਲ ਦਾ ਪਤਾ ਨਾ ਲੱਗੇ ਕੱਲ੍ਹ ਨੂੰ ਕਿਹਦੀ ਵਾਰੀ ਹੈ। ਕੋਈ ਪਤਾ ਹੈ? ਕਈ ਆਪਣੇ ਸੰਗੀ ਸਾਥੀ ਚਲੇ ਗਏ, ਕਹਾਂ ਬਸਾਸਾ ਇਸ ਭਾਂਡੇ ਕਾ ਇਤਨਕ ਲੱਗ ਗਏ ਠਣਕਾ। ਮਿੱਟੀ ਦੇ ਭਾਂਡੇ ਨੂੰ ਮਾੜੀ ਜਿਹੀ ਠੋਕਰ ਲੱਗੀ, ਠੀਕਰੀਆਂ ਖਿੰਡ ਗਈਆਂ ਉਹਦੀਆਂ। ਇਸ ਕਰਕੇ ਭਾਈ ਲੱਗੇ ਰਹੀਏ, ਲਾਹਾ ਲੈ ਲਈਏ। ਇਹੀ ਸੰਤ ਮਹਾਰਾਜ ਦੀ ਸਿੱਖਿਆ ਤੋਂ ਆਪਾਂ ਨੂੰ, ਉਪਦੇਸ਼ ਤੋਂ ਇਹੀ ਪ੍ਰਾਪਤ ਹੁੰਦਾ ਹੈ। ਇਹੀ ਉਪਦੇਸ਼ ਦਿੰਦੇ ਸੀ ਭਾਈ, ਗੁਰੂ ਵਾਲੇ ਬਣ ਕੇ ਸਿਮਰਨ ਕਰੋ, ਬੰਦਗੀ ਕਰੋ, ਸੇਵਾ ਅਤੇ ਸੰਗਤ ਕਰੋ। ਸੰਗਤ ਜ਼ਰੂਰ ਕਹਿੰਦੇ ਸੀ। ਜਿੰਨਾ ਚਿਰ ਸੰਗਤ ਨਹੀਂ ਨਾ ਕਰਦਾ, ਜਿਵੇਂ ਜਿਹੜੀ ਫਸਲ ਨੂੰ ਪਾਣੀ ਨਹੀਂ ਮਿਲਦਾ ਉਹ ਸੁੱਕ ਜਾਂਦੀ ਹੁੰਦੀ ਹੈ। ਫਿਰ ਸੰਗਤ ਜ਼ਰੂਰ ਕਰਨੀ ਹੈ। ਅਤੇ ਜੇ ਕੋਈ ਟਾਈਮ ਮਿਲਦਾ, ਕੋਈ ਐਤਵਾਰ ਨੂੰ ਕਰ ਸਕਦਾ ਹੈ, ਫਿਰ ਪੂਰਨਮਾਸ਼ੀ ਨੂੰ ਕਰ ਸਕਦਾ ਹੈ। ਜੇ ਕਰਦਾ ਰਹੇ ਫਿਰ ਜੁੜਿਆ ਰਹੇਗਾ, ਕਿਰਪਾ ਵੀ ਰਹੇਗੀ।